ਗੁੱਡ ਮਾਰਨਿੰਗ ਸਟੂਡੈਂਟ। ਅੱਜ ਦੇ ਅਸੀਂ ਸਕੂਲ ਮੈਨੇਜਮੈਂਟ ਦੇ ਸਬਜੈਕਟ ਦੇ ਵਿੱਚ ਅਸੀਂ ਜਿਹੜੇ ਟੌਪਿਕ ਦੀ ਗੱਲ ਕਰਾਂਗੇ ਉਸ ਦਾ ਨਾਮ ਹੈ ਐਜੂਕੇਸ਼ਨਲ ਐਡਮਿਨਿਸਟ੍ਰੇਸ਼ਨ ਐਟ ਦੀ ਸਟੇਟ ਲੈਵਲ। ਸੋ ਸਭ ਤੋਂ ਪਹਿਲਾਂ ਇਹਦੇ ਵਿੱਚ ਅਸੀਂ ਗੱਲ ਕਰਾਂਗੇ ਐਜੂਕੇਸ਼ਨਲ ਐਡਮਿਨਿਸਟ੍ਰੇਸ਼ਨ ਐਟ ਸਟੇਟ ਲੈਵਲ ਤੋਂ। ਜਿਹੜਾ ਸਟੇਟ ਲੈਵਲ ਦਾ ਐਜੂਕੇਸ਼ਨਲ ਐਡਮਿਨਿਸਟ੍ਰੇਸ਼ਨ ਹੈ, ਸੋ ਸਭ ਤੋਂ ਪਹਿਲਾਂ ਇਹਦੇ ਵਿੱਚ ਆਉਂਦਾ ਹੈ ਮਿਨਿਸਟਰ ਆਫ ਐਜੂਕੇਸ਼ਨ। ਮਿਨਿਸਟਰ ਆਫ ਐਜੂਕੇਸ਼ਨ ਤੋਂ ਨੀਚੇ ਫਿਰ ਐਜੂਕੇਸ਼ਨ ਸੈਕਰੇਟਰੀ, ਫਿਰ ਉਸ ਤੋਂ ਨੀਚੇ ਦੀ ਬੋਡੀਜ਼ ਹੈ ਡਾਇਰੈਕਟਰ ਆਫ ਪਬਲਿਕ ਇੰਸਟਰਕਸ਼ਨ, ਤੋਂ ਜਿਹਨੂੰ ਅਸੀਂ ਸ਼ਾਰਟ ਦੇ ਵਿੱਚ DPI ਵੀ ਕਹਿ ਦਿੰਦੇ ਹਾਂ। ਔਰ ਫਿਰ ਇਸ ਤੋਂ ਬਾਅਦ ਹੈ ਸਰਕਲ ਐਜੂਕੇਸ਼ਨ ਆਫਿਸਰ, ਫਿਰ ਡਿਪਟੀ CEO। ਠੀਕ ਹੈ, ਇਹ ਜਿਹੜਾ ਸਾਰਾ ਸਟਰਕਚਰ ਹੈ ਇਹ ਆਪਣੀ ਅਥੋਰਿਟੀ ਦੇ ਅੰਡਰ ਜਿਹੜੇ ਵੀ ਇਹਨਾਂ ਦੇ ਨੀਚੇ ਦੇ ਅਧਿਕਾਰੀ ਆਉਂਦੇ ਆ ਜਾਂ ਅਥੋਰਿਟੀ ਆਉਂਦੀ ਆ ਉਹਨਾਂ ਦੇ ਅਗੇਂਸਟ ਆਪਣਾ ਕੰਮ ਕਰਦੇ ਆ। ਜੋ ਇਹਨਾਂ ਦੀ ਡਿਊਟੀਜ਼ ਬਣਦੀ ਹੈ ਐਜੂਕੇਸ਼ਨ ਐਡਮਿਨਿਸਟ੍ਰੇਸ਼ਨ ਨੂੰ ਲੈ ਕੇ, ਉਹ ਆਪਣੀ ਇਹ ਡਿਊਟੀ ਪੂਰੀ ਕਰਦੇ ਆ। ਸੋ ਸਭ ਤੋਂ ਪਹਿਲਾਂ ਜਿਹੜੀ ਮਿਨਿਸਟਰ ਆਫ ਐਜੂਕੇਸ਼ਨ ਹੈ, ਸੋ ਇਹਦੇ ਵਿੱਚ ਕੀ ਹੈ ਕਿ ਮਿਨਿਸਟਰ ਆਫ ਐਜੂਕੇਸ਼ਨ ਹੈ ਜਿਹੜਾ, ਸੋ ਇਹਨਾਂ ਦਾ ਮੇਨ ਪਰਪਸ ਇਹ ਹੁੰਦਾ ਹੈ ਕਿ ਐਜੂਕੇਸ਼ਨ ਨੂੰ ਲੈ ਕੇ ਜਿਹੜੀ ਅਲੱਗ-ਅਲੱਗ ਪ੍ਰੋਗਰਾਮ ਬਣਾਉਣੇ, ਪਾਲਿਸੀਆਂ ਬਣਾਉਣੀਆਂ। ਠੀਕ ਹੈ, ਫਿਰ ਜਿਹੜੇ ਨੀਚੇ ਦੇ ਹੈਗੇ ਆ ਅਧਿਕਾਰੀ ਉਹਨਾਂ ਨੂੰ ਇੰਸਟਰਕਸ਼ਨ ਜਾਰੀ ਕਰਦੇ ਆ। ਠੀਕ ਹੈ, ਔਰ ਇਸ ਤੋਂ ਇਲਾਵਾ ਇਹ ਆਨਸਰੇਬਲ ਹੁੰਦੇ ਆ ਕਿ ਐਜੂਕੇਸ਼ਨ ਫੀਲਡ ਦੇ ਵਿੱਚ ਕਿੰਨੀ ਕੁ ਜ਼ਿਆਦਾ ਡਿਵੈਲਪਮੈਂਟ ਹੋ ਰਹੀ ਹੈ, ਪ੍ਰੋਗਰੈਸ ਹੋ ਰਹੀ ਹੈ। ਫਿਰ ਇਹਨਾਂ ਦੇ ਦੁਆਰਾ ਐਜੂਕੇਸ਼ਨ ਦੇ ਪੋਲਿਸੀ ਨੂੰ ਲੈ ਕੇ ਸਟੈਪ ਲਏ ਜਾਂਦੇ ਆ ਕਿ ਐਜੂਕੇਸ਼ਨ ਦੇ ਵਿੱਚ ਕੀ ਨਵਾਂ ਲੈ ਕੇ ਆਉਣਾ ਹੈ ਔਰ ਕੀ ਇਹਦੇ ਵਿੱਚ ਨਵੇਂ ਪ੍ਰੋਗਰਾਮ ਚਲਾਉਣੇ ਆ ਤਾਂ ਕਿ ਜਿਹੜਾ ਐਜੂਕੇਸ਼ਨ ਨੂੰ ਯੂਨੀਵਰਸਲ ਲੈਵਲ 'ਤੇ ਜਿਹੜਾ ਪਹੁੰਚਾਇਆ ਜਾ ਸਕੇ। ਔਰ ਫਿਰ ਇਸ ਤੋਂ ਇਲਾਵਾ ਜਿਹੜਾ ਇਹਦੇ ਵਿੱਚ ਮੇਨ ਰੋਲ ਅਦਾ ਕਰਦੇ ਆ, ਜੋ ਇਹਨਾਂ ਦੀ ਹੈਲਪ ਕਰਦੇ ਆ, ਉਹ ਸੈਕਰੇਟਰੀ ਹੈ ਔਰ ਡਾਇਰੈਕਟਰ ਆਫ ਐਜੂਕੇਸ਼ਨ ਹੈ। ਸੋ ਜਿਹੜੇ ਕਿ ਮਿਨਿਸਟਰ ਆਫ ਐਜੂਕੇਸ਼ਨ ਦੀ ਹੈਲਪ ਕਰਦੇ ਆ ਔਰ ਐਜੂਕੇਸ਼ਨ ਪ੍ਰੋਸੈਸ ਨੂੰ ਅੱਗੇ ਚਲਾਉਂਦੇ ਆ। ਫਿਰ ਜਿਹੜੀ ਨੈਕਸਟ ਹੈ ਇਹਦੇ ਵਿੱਚ ਰਿਸਪੋਂਸੀਬਿਲਿਟੀ ਆਫ ਦੀ ਸਟੇਟ ਗੌਰਮੈਂਟ ਰਿਗਾਰਡਿੰਗ ਸਕੂਲ ਐਜੂਕੇਸ਼ਨ। ਸੋ ਸਭ ਤੋਂ ਪਹਿਲਾਂ ਕੀ ਹੈ ਕਿ ਇਹਨਾਂ ਦੀ ਇਹਨਾਂ ਦੀ ਰਿਸਪੋਂਸੀਬਿਲਿਟੀ ਬਣਦੀ ਹੈ ਟੂ ਪਾਸ ਲਾਅ ਫॉर ਡਿਫਰੈਂਟ ਟਾਈਪ ਆਫ ਸਕੂਲ ਐਜੂਕੇਸ਼ਨ। ਤਾਂ ਸਕੂਲ ਐਜੂਕੇਸ਼ਨ ਨੂੰ ਲੈ ਕੇ ਜਿਹੜਾ ਹੈ ਅਲੱਗ-ਅਲੱਗ ਤਰ੍ਹਾਂ ਦੇ ਲਾਅ ਪਾਸ ਕਰਦੇ ਆ ਸਕੂਲ ਐਜੂਕੇਸ਼ਨ ਨੂੰ ਲੈ ਕੇ, ਕਿ ਸਕੂਲ ਐਜੂਕੇਸ਼ਨ ਦੇ ਵਿੱਚ ਕਿਹੜੇ ਲਾਅ ਨੂੰ, ਕਿਹੜੇ ਰੂਲਸ ਐਂਡ ਰੈਗੂਲੇਸ਼ਨ ਨੂੰ ਅਸੀਂ ਇਹਦੇ ਵਿੱਚ ਇੰਪਲੀਮੈਂਟ ਕਰਨਾ ਹੈ। ਸੋ ਅਗਲੀ ਜਿਹੜੀ ਇਹਦੇ ਵਿੱਚ ਗੱਲ ਹੈ ਕਿ ਟੂ ਰਿਕਰੂਟ ਟੀਚਰਸ ਇਨ ਸਕੂਲ। ਟੀਚਰਸ ਨੂੰ ਜਿਹੜਾ ਆ ਸਕੂਲ ਦੇ ਵਿੱਚ ਰਿਕਰੂਟ ਕਰਦੇ ਆ, ਉਹਨਾਂ ਨੂੰ ਜੋਬ ਦਿੰਦੇ ਆ ਤਾਂ ਕਿ ਜਿਹੜਾ ਆ ਹਰ ਸਕੂਲ ਦੇ ਵਿੱਚ ਵੈਕੈਂਸੀ ਨੂੰ ਫਿਲ ਕੀਤਾ ਜਾ ਸਕੇ। ਫਿਰ ਇਸ ਤੋਂ ਇਲਾਵਾ ਪ੍ਰੀਸਕ੍ਰਾਈਬ ਦਾ ਸਿਲੇਬਸ ਐਂਡ ਸਪਲਾਈ ਦੀ ਬੁੱਕਸ। ਤੋਂ ਸਿਲੇਬਸ ਕੀ ਹੈ ਕਿ ਮਿਨਿਸਟਰੀ ਆਫ ਜਿਹੜੀ ਐਜੂਕੇਸ਼ਨ ਹੈ ਉਸ ਦੇ ਸਟੇਟ ਦੀ ਹੈ ਜਿਹੜੀ, ਉਸ ਦੇ ਦੁਆਰਾ ਸਿਲੇਬਸ ਜਾਰੀ ਕੀਤਾ ਜਾਂਦਾ ਹੈ। ਫਿਰ ਬੁੱਕਸ ਸਪਲਾਈ ਕੀਤੀਆਂ ਜਾਂਦੀਆਂ ਜਿਹੜੀਆਂ ਬੋਰਡ ਐਜੂਕੇਸ਼ਨ ਦੇ ਦੁਆਰਾ ਰეკਮੈਂਡ ਕੀਤੀਆਂ ਜਾਂਦੀਆਂ ਆ, ਉਹਨਾਂ ਨੂੰ ਸਪਲਾਈ ਕੀਤਾ ਜਾਂਦਾ ਹੈ। ਔਰ ਫਿਰ ਇਸ ਤੋਂ ਬਾਅਦ ਟੂ ਐਸਟੈਬਲਿਸ਼ ਅ ਸਕੂਲ ਬੋਰਡ ਟੂ ਕੰਡਕਟ ਐਗਜ਼ਾਮੀਨੇਸ਼ਨ ਵਾਸਤੇ ਕੀ ਕਰਦੇ ਆ ਕਿ ਜਿਹੜੇ ਬੋਰਡ ਸਥਾਪਿਤ ਕਰਦੇ ਆ ਕਿ ਅਲੱਗ-ਅਲੱਗ ਬੋਰਡ ਦੇ ਅੰਡਰ ਆ ਬੱਚਿਆਂ ਦੇ ਐਗਜ਼ਾਮੀਨੇਸ਼ਨ ਕਰਵਾਏ ਜਾ ਸਕਣ। ਫਿਰ ਇਸ ਤੋਂ ਇਲਾਵਾ ਟੂ ਪ੍ਰੋਵਾਈਡ ਸਪੈਸ਼ਲ ਅਸਿਸਟੈਂਟ ਟੂ ਪੂਅਰ ਐਂਡ ਬੈਕਵਰਡ ਸਟੂਡੈਂਟਸ। ਸੋ ਇਹਦੇ ਵਿੱਚ ਕੀ ਹੈ ਕਿ ਜਿਹੜੇ ਪੂਅਰ ਸਟੂਡੈਂਟ ਹੁੰਦੇ ਆ ਜਾਂ ਫਿਰ ਜਿਹੜੇ ਬੈਕਵਰਡ ਸਟੂਡੈਂਟ ਹੁੰਦੇ ਆ, ਪਛੜੇ ਹੋਏ ਸਟੂਡੈਂਟ ਆ, ਉਹਨਾਂ ਨੂੰ ਕੀ ਹੈ ਇਹਨਾਂ ਦੇ ਦੁਆਰਾ ਖਾਸ ਸਹੂਲਤਾਂ ਪ੍ਰੋਵਾਈਡ ਕਰਵਾਈਆਂ ਜਾਂਦੀਆਂ, ਰਿਕਮੈਂਡ ਕੀਤੀਆਂ ਜਾਂਦੀਆਂ ਆ ਤਾਂ ਕਿ ਜਿਹੜਾ ਆ ਜਿਹੜੇ ਬੈਕਵਰਡ ਸਟੂਡੈਂਟ ਹੈ ਔਰ ਸਪੈਸ਼ਲ ਸਟੂਡੈਂਟ ਹੈ ਉਹਨਾਂ ਨੂੰ ਕੀ ਹੈ ਐਜੂਕੇਸ਼ਨ ਦਵਾਈ ਜਾ ਸਕੇ। ਫਿਰ ਇਸ ਤੋਂ ਇਲਾਵਾ ਟੂ ਇਨੀਸ਼ੀਏਟ ਐਕਸ਼ਨ ਅਗੇਂਸਟ ਟੀਚਰ ਐਂਡ ਸਕੂਲ ਇਨ ਕੇਸ ਆਫ ਐਨੀ ਲੈਪਸ। ਸੋ ਇਹਦੇ ਵਿੱਚ ਕੀ ਹੈ ਕਿ ਜਿਹੜੇ ਵੀ ਟੀਚਰਸ ਦੇ ਦੁਆਰਾ ਜਾਂ ਫਿਰ ਸਕੂਲ ਦੇ ਦੁਆਰਾ ਕੋਈ ਵੀ ਇਸ ਤਰ੍ਹਾਂ ਦੀ ਕਹਿ ਲਓ ਅਣਗਹਿਲੀ ਕੀਤੀ ਜਾਂਦੀ ਹੈ ਜਾਂ ਫਿਰ ਕਿਸੇ ਵੀ ਟੀਚਰਸ ਦੇ ਦੁਆਰਾ ਜਾਂ ਸਕੂਲ ਦੇ ਦੁਆਰਾ ਕੋਈ ਇਹੋ ਜਿਹੇ ਰੂਲਸ ਐਂਡ ਰੈਗੂਲੇਸ਼ਨ ਨੂੰ ਫੋਲੋ ਨਹੀਂ ਕੀਤਾ ਜਾਂਦਾ ਜਿਹਦੇ ਨਾਲ ਕੀ ਹੈ ਕਿ ਐਜੂਕੇਸ਼ਨ ਢਾਂਚੇ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਨੁਕਸਾਨ ਪਹੁੰਚਦਾ ਹੈ, ਤਾਂ ਇਸ ਕਰਕੇ ਉਹਨਾਂ ਦੇ ਅਗੇਂਸਟ ਇਹ ਐਕਸ਼ਨ ਵੀ ਲੈਂਦੇ ਆ ਔਰ ਉਹਨਾਂ ਦੇ ਵਿਰੁੱਧ ਜਿਹੜੀ ਹੈ ਕਾਰਵਾਈ ਕੀਤੀ ਜਾਂਦੀ ਹੈ। ਫਿਰ ਇਸ ਤੋਂ ਅੱਗੇ ਟੂ ਕੋਆਰਡੀਨੇਟ ਬਿਟਵੀਨ ਦੀ ਸਟੇਟ ਡਿਪਾਰਟਮੈਂਟ ਐਂਡ ਦੀ UNESCO ਫॉर ਕੋਆਪਰੇਸ਼ਨ ਇਨ ਐਜੂਕੇਸ਼ਨ ਲਾਈਕ ਸਾਇੰਸ, ਟੈਕਨੋਲੋਜੀ, ਕਲਚਰ ਐਂਡ ਅਦਰ ਏਰੀਆਜ਼। ਸੋ ਇਹਦੇ ਵਿੱਚ ਕੀ ਹੈ ਕਿ ਜਿਹੜੇ ਐਜੂਕੇਸ਼ਨ ਮਿਨਿਸਟਰੀ ਹੈ ਉਹ UNESCO ਦੇ ਨਾਲ ਕੋਆਪਰੇਸ਼ਨ ਰੱਖਦੇ ਆ ਕਿ ਸਾਇੰਸ, ਟੈਕਨੋਲੋਜੀ, ਕਲਚਰ
ਤੇ ਹੋਰ ਵੀ ਜਿਹੜੇ ਖੇਤਰ ਹੈ ਉਹਨਾਂ ਦੇ ਵਿੱਚ ਜਿਹੜੀ ਹੈ ਡਿਵੈਲਪਮੈਂਟ ਕੀਤੀ ਜਾ ਸਕੇ। ਫਿਰ ਇਸ ਤੋਂ ਇਲਾਵਾ ਇਹਨਾਂ ਦੇ ਫੰਕਸ਼ਨ ਹੈ ਕਿ ਟੂ ਰਿਕੋਗਨਾਈਜ਼ ਫॉर ਦਾ ਐਸਟੈਬਲਿਸ਼ ਆਫ ਸਕੂਲ, ਕਿ ਸਕੂਲਾਂ ਨੂੰ ਜਿਹੜੇ ਆ ਐਸਟੈਬਲਿਸ਼ ਕਰਦੇ ਆ, ਪਹਿਚਾਣ ਕਰਦੇ ਆ ਕਿ ਕਿੱਥੇ ਕਿੱਥੇ ਜਿਹੜੀ ਆ ਸਕੂਲਾਂ ਦੀ ਸਥਾਪਨਾ ਕੀਤੀ ਜਾਵੇ, ਉਹਨਾਂ ਨੂੰ ਐਸਟੈਬਲਿਸ਼ ਕਰਵਾਇਆ ਜਾਂਦਾ ਆ। ਫਿਰ ਇਸ ਤੋਂ ਬਾਅਦ ਟੂ ਪ੍ਰੋਵਾਈਡ ਗ੍ਰਾਂਟ ਟੂ ਸਕੂਲ ਮੈਨੇਜਡ ਬਾਈ ਪ੍ਰਾਈਵੇਟ ਗਵਰਨਮੈਂਟ ਬਾਡੀਜ਼, ਵੀ ਪ੍ਰਾਈਵੇਟ ਤੌਰ 'ਤੇ ਜਿਨ੍ਹਾਂ ਦੇ ਦੁਆਰਾ ਸਕੂਲ ਮੇਨਟੇਨ ਕੀਤੇ ਜਾਂਦੇ ਆ ਉਹਨਾਂ ਨੂੰ ਮਿਨਿਸਟਰੀ ਆਫ ਐਜੂਕੇਸ਼ਨ ਦੇਖਦੀ ਹੈ ਕਿ ਕਿਹੜੇ ਜਿਹੜੇ ਸਕੂਲ ਹੈ ਰੂਲਸ ਐਂਡ ਰੈਗੂਲੇਸ਼ਨ ਨੂੰ ਪੂਰਾ ਕਰਦੇ ਆ ਔਰ ਕਿਹਨਾਂ ਨੂੰ ਗ੍ਰਾਂਟਸ ਜਿਹੜੀ ਆ ਪ੍ਰੋਵਾਈਡ ਕਰਵਾਉਣੀ ਆ ਔਰ ਕਿਹਨਾਂ ਨੂੰ ਨਹੀਂ ਕਰਵਾਉਣੀ। ਸੋ ਇਹੋ ਜਿਹੇ ਜਿਹੜੇ ਐਜੂਕੇਸ਼ਨਲ ਬਾਡੀਜ਼ ਹੈ ਉਹਨਾਂ ਦੀ ਜਿਹੜੀ ਆ ਰਿਕੋਗਨਾਈਜ਼ ਕੀਤਾ ਜਾਂਦਾ ਹੈ। ਫਿਰ ਇਸ ਤੋਂ ਬਾਅਦ ਟੂ ਸੁਪਰਵਾਈਜ਼ ਸਕੂਲ ਥਰੂ DEOs ਐਂਡ ਸੁਪਰਵਾਈਜ਼ ਐਟ ਬਲਾਕ ਲੈਵਲ। ਸੋ ਇਹਦੇ ਨਾਲ ਕੀ ਹੈ ਕਿ ਜਿਹੜੀ ਸੁਪਰਵਿਜ਼ਨ ਕੀਤੀ ਜਾਂਦੀ ਆ ਉਹ ਕਿਹਦੀ ਹੈਲਪ ਦੇ ਨਾਲ ਕੀਤੀ ਜਾਂਦੀ ਹੈ ਕਿ ਜਿਹੜੇ DEO ਹੈ ਔਰ ਜਾਂ ਫਿਰ ਜਿਹੜੇ ਬਲਾਕ ਲੈਵਲ ਦੇ ਜਿਹੜੇ BPEO ਹੈ ਉਹਨਾਂ ਦੇ ਦੁਆਰਾ ਕੀ ਹੈ ਉਹਨਾਂ ਦੀ ਮਦਦ ਦੇ ਨਾਲ ਇਹਨਾਂ ਦੀ ਸੁਪਰਵਿਜ਼ਨ ਕੀਤੀ ਜਾਂਦੀ ਹੈ ਸਕੂਲ ਦੀ, ਕਿ ਸਕੂਲ ਦੇ ਵਿੱਚ ਕਿਹੜੇ ਕਿਹੜੇ ਤਰੀਕੇ ਦੇ ਨਾਲ ਜਿਹੜੇ ਕੰਮ ਚਲਾਏ ਜਾ ਰਹੇ ਆ ਔਰ ਕੰਮ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਹੈ। ਫਿਰ ਅੱਗੇ ਆ ਜਾਂਦੇ ਆ ਜੀ ਸੈਕਿੰਡ ਪਾਰਟ 'ਤੇ ਆ ਜਾਂਦੇ ਆ ਐਜੂਕੇਸ਼ਨ ਸੈਕਰੇਟਰੀ। ਸੋ ਐਜੂਕੇਸ਼ਨ ਸੈਕਰੇਟਰੀ ਜਿਹੜਾ ਮਿਨਿਸਟਰੀ ਆਫ ਐਜੂਕੇਸ਼ਨ ਤੋਂ ਇੱਕ ਨੀਚੇ ਦੀ ਬਾਡੀਜ਼ ਹੈ ਜਿਹੜੇ ਕਿ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਮੇਨ ਰੋਲ ਅਦਾ ਕਰਦੇ ਆ, ਤਾਂ ਜਿਹਦੇ ਦੁਆਰਾ ਕੀ ਹੈ ਕਿ ਐਜੂਕੇਸ਼ਨ ਦਾ ਜਿਹੜਾ ਵਿਸਥਾਰ ਹੋ ਪਾਉਂਦਾ ਆ ਔਰ ਐਜੂਕੇਸ਼ਨ ਦੇ ਨਾਲ ਰਿਲੇਟਡ ਜਿੰਨੇ ਵੀ ਰੂਲਸ ਐਂਡ ਨੋਰਮਸ ਬਣਦੇ ਆ, ਲਾਜ਼ ਬਣਦੇ ਆ, ਉਹਨਾਂ ਨੂੰ ਜਿਹੜਾ ਆ ਇੰਪਲੀਮੈਂਟੇਸ਼ਨ ਦੇ ਵਿੱਚ ਲਿਆਂਦਾ ਜਾਂਦਾ ਆ। ਫਿਰ ਉਸ ਤੋਂ ਬਾਅਦ ਕਿ ਜਿਹੜੇ ਮੇਨ ਰਿਸਪੋਂਸੀਬਿਲਿਟੀ ਹੈ ਐਜੂਕੇਸ਼ਨ ਸੈਕਰੇਟਰੀ ਦੀ ਉਹ ਇਹ ਹੈ ਕਿ ਦਾ ਪੋਲਿਸੀ ਫਾਰਮੂਲੇਸ਼ਨ, ਪਲੈਨਿੰਗ, ਪ੍ਰੋਗਰਾਮਿੰਗ, ਬਜਟਿੰਗ ਆਫ ਐਜੂਕੇਸ਼ਨ। ਸੋ ਇਹਦੇ ਵਿੱਚ ਕੀ ਹੈ ਕਿ ਪਲੈਨਿੰਗ ਕੀਤੀ ਜਾਂਦੀ ਹੈ, ਪੋਲਿਸੀ ਫਾਰਮੂਲੇਟ ਕੀਤੀ ਜਾਂਦੀ ਹੈ, ਫਿਰ ਬਜਟ ਦੇਖੇ ਜਾਂਦੇ ਐਜੂਕੇਸ਼ਨ ਦੇ ਵਿੱਚ ਵੀ ਕਿਹੜੇ ਕਿਹੜੇ ਫੀਲਡ ਦੇ ਵਿੱਚ ਕਿੰਨੇ ਕਿੰਨੇ ਬਜਟ ਨੂੰ ਜਿਹੜਾ ਆ ਅਪਲਾਈ ਕਰਨਾ ਆ। ਫਿਰ ਉਸ ਤੋਂ ਬਾਅਦ to coordinate among the different directorate and with others department। ਫਿਰ ਨੈਕਸਟ ਇਹਨਾਂ ਦੀ ਰਿਸਪੋਂਸੀਬਿਲਿਟੀ ਹੈ ਵਰਕ ਰਿਲੇਟਡ ਟੂ ਦੀ ਅਪੋਇੰਟਮੈਂਟ ਕਰਵਾਈ ਜਾਂਦੀ ਹੈ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ। ਫਿਰ ਪ੍ਰਮੋਸ਼ਨ ਐਂਡ ਟਰਾਂਸਫਰ ਆਫ ਸੀਨੀਅਰ ਆਫਿਸਰ ਦੀ ਜਿਹੜੀ ਟਰਾਂਸਫਰ ਦੇ ਬਾਰੇ ਦੇਖਿਆ ਜਾਂਦਾ ਆ ਕਿ ਕਿਹੜੇ ਸੀਨੀਅਰ ਆਫਿਸਰ ਦੀ ਕਿੱਥੇ ਟਰਾਂਸਫਰ ਹੋਣੀ ਹੈ, ਉਹਨਾਂ ਦੀ ਪ੍ਰਮੋਸ਼ਨ ਕਰਨੀ ਹੈ ਜਾਂ ਨਹੀਂ ਕਰਨੀ, ਪ੍ਰਮੋਸ਼ਨ ਦੇ ਲਈ ਡਿਜ਼ਰਵ ਕਰਦੇ ਆ ਜਾਂ ਨਹੀਂ ਕਰਦੇ, ਮਤਲਬ ਜੋ ਉਹਨਾਂ ਦੀ ਰਿਕੁਆਇਰਮੈਂਟ ਆ ਉਹਨੂੰ ਫੁੱਲਫਿਲ ਕਰਦੇ ਆ ਜਾਂ ਨਹੀਂ ਕਰਦੇ, ਤਾਂ ਉਸ ਬੇਸ 'ਤੇ ਜਿਹੜੀ ਆ ਉਹਨਾਂ ਦੀ ਪ੍ਰਮੋਸ਼ਨ ਔਰ ਟਰਾਂਸਫਰ ਕੀਤੀ ਜਾਂਦੀ ਹੈ। ਫਿਰ ਇਸ ਤੋਂ ਇਲਾਵਾ ਟੂ ਫਰੇਮ ਦੀ ਐਜੂਕੇਸ਼ਨ ਪੋਲਿਸੀਜ਼ ਐਂਡ ਪ੍ਰੋਸੈਸ ਆਰਡਰ ਔਨ ਟੂ ਬਿਹਾਫ ਦੀ ਗਵਰਨਮੈਂਟ। ਸੋ ਐਜੂਕੇਸ਼ਨ ਪੋਲਿਸੀ ਦੇ ਜਿਹੜੇ ਪ੍ਰੋਸੈਸ ਹੈ ਉਹਨੂੰ ਬਿਹਾਫ ਆਫ ਗੌਰਮੈਂਟ ਜਿਹੜੀ ਹੈ ਉਹਦੇ ਬੇਸ 'ਤੇ ਉਸ ਨੂੰ ਪ੍ਰੋਸੈਸ ਚਲਾਏ ਜਾਂਦੇ ਔਰ ਪੋਲਿਸੀ ਦਾ ਜਿਹੜਾ ਹੈ ਇੰਪਲੀਮੈਂਟੇਸ਼ਨ ਕੀਤਾ ਜਾਂਦਾ ਹੈ। ਫਿਰ ਇਸ ਤੋਂ ਬਾਅਦ ਐਕਟ ਐਜ਼ ਐਨ ਲਿੰਕ ਬਿਟਵੀਨ ਦੀ ਮਿਨਿਸਟਰ ਐਂਡ DPI ਸੈਕੰਡਰੀ ਚੱਲੇਗਾ ਇਹਦੇ ਵਿੱਚ। ਸੋ ਇਹਦਾ ਮਤਲਬ ਇਹ ਹੈ ਕਿ ਇਹ ਇੱਕ ਲਿੰਕ ਦੀ ਤਰ੍ਹਾਂ ਕੰਮ ਕਰਦੇ ਆ ਮਿਨਿਸਟਰ ਦੇ ਵਿਚਕਾਰ ਔਰ DPI ਸੈਕੰਡਰੀ ਦੇ ਵਿੱਚ। ਸੋ ਉਹਨਾਂ ਦੇ ਵਿੱਚ ਇੱਕ ਲਿੰਕ ਕ੍ਰੀਏਟ ਕਰਕੇ ਰੱਖਦੇ ਆ, ਇਹ ਮੀਡੀਏਟਰ ਦਾ ਕੰਮ ਕਰਦੇ ਆ। ਸੋ ਇਸ ਤੋਂ ਅਗਲਾ ਜੋ ਇਹਨਾਂ ਦਾ ਫੰਕਸ਼ਨ ਹੈ ਦੀ ਡਿਸੀਜ਼ਨ ਔਨ ਪੋਲਿਸੀ ਮੈਟਰ ਆਰ ਟੇਕਨ ਐਟ ਦਿਸ ਲੈਵਲ ਐਂਡ ਦੈਨ ਸਬਮਿਟ ਫॉर ਅਪਰੂਵਲ ਟੂ ਦੀ ਮਿਨਿਸਟਰ। ਸੋ ਪੋਲਿਸੀ ਜਿੰਨੇ ਵੀ ਪੋਲਿਸੀ ਦੇ ਨਾਲ ਰਿਲੇਟਡ ਮੈਟਰ ਹੈ ਉਹਨਾਂ ਨੂੰ ਸਬਮਿਟ ਕਰਵਾ ਕੇ ਉਹਨਾਂ ਦੀ ਅਪਰੂਵਲ ਜਿਹੜੀ ਹੈ ਕਰਵਾਈ ਜਾਂਦੀ ਹੈ ਮਿਨਿਸਟਰ ਤੋਂ। ਫਿਰ ਪੋਲਿਸੀ ਨੂੰ ਅੱਗੇ ਜਿਹੜਾ ਹੈ ਉੱਪਰ ਤੋਂ ਲੈ ਕੇ ਨੀਚੇ ਤੱਕ ਦੀ ਬਾਡੀ ਤੱਕ ਇੰਪਲੀਮੈਂਟ ਕਰਵਾਇਆ ਜਾਂਦਾ ਹੈ। ਫਿਰ ਇਸ ਤੋਂ ਬਾਅਦ ਫਿਰ ਡਾਇਰੈਕਟਰ ਆਫ ਐਜੂਕੇਸ਼ਨ ਹੈ। ਡਾਇਰੈਕਟਰ ਆਫ ਐਜੂਕੇਸ਼ਨ ਜਿਹੜੇ ਆ ਨਿਰਦੇਸ਼ਕ ਦਾ ਕੰਮ ਕਰਦੇ ਆ। ਸੋ ਇਹ ਇੱਕ ਜਿਹੜੀ ਹੈ ਐਗਜ਼ੀਕਿਊਟਿਵ ਬਾਡੀ ਹੈ ਗੌਰਮੈਂਟ ਦੀ ਜੋ ਕਿ ਅਲੱਗ-ਅਲੱਗ ਪੋਲਿਸੀਜ਼ ਨੂੰ ਜਿਹੜਾ ਹੈ ਅਪਲਾਈ ਕਰਨ ਦੇ ਵਿੱਚ ਹੈਲਪ ਕਰਦੇ ਆ। ਫਿਰ ਇਸ ਤੋਂ ਬਾਅਦ ਕਿ ਇਹ ਇੱਕ ਹਾਈਐਸਟ ਅਥੋਰਿਟੀ ਹੈ ਸੋ ਜਿਹੜੀ ਕਿ DPI ਦੇ ਰੂਪ ਵਿੱਚ ਕੰਮ ਕਰਦੇ ਆ। ਤਾਂ ਇਹਨਾਂ ਦੀ ਜਿਹੜੀ ਫੰਕਸ਼ਨਿੰਗ ਹੈ ਟੂ ਪ੍ਰੈਜੈਂਟ ਪ੍ਰਪੋਜ਼ਲਸ ਆਫ ਪੋਲਿਸੀ ਟੂ ਦਾ ਐਜੂਕੇਸ਼ਨ ਸੈਕਰੇਟਰੀ ਫॉर ਅਪਰੂਵਲ। ਠੀਕ ਹੈ ਜੀ, ਜਿਹੜੇ ਕਿ ਪੋਲਿਸੀਜ਼ ਹੁੰਦੀਆਂ ਆ ਐਜੂਕੇਸ਼ਨ ਦੇ ਨਾਲ ਰਿਲੇਟਡ ਉਹਨਾਂ ਦੀ ਅਪਰੂਵਲ ਇਹਨਾਂ ਦੇ ਦੁਆਰਾ ਕਰਵਾਈ ਜਾਂਦੀ ਹੈ। ਫਿਰ
keep government informed about the conditions and progress of all types of education। फिर इस तो बाद to supervise, control, inspection and guide the educational institution। सो DPI ਦੇ ਦੁਆਰਾ ਕੀ ਹੈ ਕਿ ਕੰਟਰੋਲ ਕਰਵਾਇਆ ਜਾਂਦਾ ਹੈ, ਸੁਪਰਵਿਜ਼ਨ ਕਰਵਾਈ ਜਾਂਦੀ ਹੈ, ਇੰਸਪੈਕਸ਼ਨ ਕਰਵਾਈ ਜਾਂਦੀ ਹੈ ਔਰ ਗਾਈਡੈਂਸ ਪ੍ਰੋਵਾਈਡ ਕਰਵਾਈ ਜਾਂਦੀ ਹੈ ਐਜੂਕੇਸ਼ਨਲ ਇੰਸਟੀਟਿਊਸ਼ਨ ਨੂੰ। और फिर इस तो बाद है फंक्शन परफॉर्म्ड बाय DPI टू सुपरवाइज द वर्क ऑफ द गवर्नमेंट ऑफिशियल, इंस्पैक्टर, टीचर एंड टू डील विद देयर लीव ट्रांसफर डिसिपलिन। सो ये ਜਿਹੜੀਆਂ ਚੀਜ਼ਾਂ ਦੇ ਨਾਲ ਇਹਨਾਂ ਨੂੰ ਡੀਲ ਕਰਨਾ ਪੈਂਦਾ ਹੈ ਔਰ ਇਹਨਾਂ ਨੂੰ ਸਾਰੀ ਪ੍ਰੋਬਲਮਸ ਨੂੰ ਸੌਰਟ ਆਊਟ ਕਰਨਾ ਪੈਂਦਾ ਹੈ। ਫਿਰ ਇਸ ਤੋਂ ਬਾਅਦ ਵੀ तो ਜਿਹੜੇ ਫੰਡਸ ਹੁੰਦੇ ਆ ਫੰਡਸ ਨੂੰ ਸੈਂਕਸ਼ਨ ਕਰਵਾਇਆ ਜਾਂਦਾ ਆ, ਗੌਰਮੈਂਟ ਦੇ ਜੋ ਫੰਡਸ ਪ੍ਰੋਵਾਈਡ ਕਰਵਾਏ ਜਾਂਦੇ ਆ ਫਿਰ ਉਹਨਾਂ ਨੂੰ ਜਿਹੜੇ ਆ ਪ੍ਰਾਈਵੇਟ ਇੰਸਟੀਟਿਊਸ਼ਨ ਦੇ ਵਿੱਚ ਡਿਸਟਰੀਬਿਊਟ ਕੀਤਾ ਜਾਂਦਾ ਹੈ। ਜਿਹੜੇ ਕੰਡੀਸ਼ਨਸ ਨੂੰ ਫੁੱਲਫਿਲ ਕਰਦੇ ਆ ਉਹ ਪ੍ਰਾਈਵੇਟ ਇੰਸਟੀਟਿਊਸ਼ਨ ਨੂੰ ਪ੍ਰੋਵਾਈਡ ਕਰਵਾਏ ਜਾਂਦੇ ਆ। ਔਰ ਫਿਰ ਜਿਹੜੇ ਸੈਕੰਡਰੀ ਸਕੂਲ ਦੇ ਟੀਚਰਸ ਹੈ ਉਹਨਾਂ ਦੀ ਜਿਹੜੀ ਹੈ ਟ੍ਰੇਨਿੰਗ ਦਾ ਇੰਤਜ਼ਾਮ ਇਹਨਾਂ ਦੇ ਦੁਆਰਾ ਕਰਵਾਇਆ ਜਾਂਦਾ ਹੈ। ਫਿਰ ਇਸ ਤੋਂ ਬਾਅਦ ਫਿਰ ਇਹ ਜਿਹੜੇ ਆ ਅਲੱਗ-ਅਲੱਗ ਇੰਸਟੀਟਿਊਸ਼ਨ ਨੂੰ ਔਰ ਜਿਹੜੀ ਹਾਇਰ ਅਥੋਰਿਟੀ ਹੈ ਉਹਨਾਂ ਨੂੰ ਐਕਸਪਰਟ ਦੇ ਤੌਰ 'ਤੇ ਐਡਵਾਈਸ ਵੀ ਦਿੱਤੀ ਜਾਂਦੀ ਹੈ ਇਹਨਾਂ ਦੇ ਦੁਆਰਾ। ਔਰ ਫਿਰ ਅੱਗੇ ਹੈ ਸਰਕਲ ਐਜੂਕੇਸ਼ਨ ਆਫਿਸਰ। ਤੋ ਜਿਹੜੇ ਸਰਕਲ ਐਜੂਕੇਸ਼ਨ ਆਫਿਸਰ ਹੈ ਸੋ ਇਹਨਾਂ ਨੂੰ ਅਸੀਂ ਪੰਜਾਬੀ ਦੇ ਵਿੱਚ ਮੰਡਲ ਸਿੱਖਿਆ ਅਫਸਰ ਵੀ ਕਹਿ ਦਿੰਦੇ ਹਾਂ। ਔਰ ਇਹਨਾਂ ਦੀ ਜੋ ਫੰਕਸ਼ਨਿੰਗ ਹੈ ਐਡਮਿਨਿਸਟ੍ਰੇਸ਼ਨ ਦੇ ਵਿੱਚ ਤੋ ਐਵਰੀ ਸਟੇਟ ਹੈਜ਼ ਬੀਨ ਡਿਵਾਈਡ ਇਨਟੂ ਰਿਲੀਜਨ ਸਰਕਲ ਔਰ ਡਿਵੀਜ਼ਨ। ਤੋ ਜਿਹੜੇ ਅਲੱਗ-ਅਲੱਗ ਡਿਵੀਜ਼ਨ ਕੀਤੀ ਹੁੰਦੀ ਹੈ ਏਰੀਆਜ਼ ਦੀ ਉਹਦੇ ਵਿੱਚ ਆਪਣਾ ਇਹ ਕੰਟਰੀਬਿਊਟ ਕਰਦੇ ਆ ਐਜੂਕੇਸ਼ਨ ਦੇ ਫੀਲਡ ਦੇ ਵਿੱਚ। ਔਰ ਡਿਵੀਜ਼ਨ ਡਨ ਇਨ ਦਾ ਆਰਡਰ ਟੂ ਐਸਟੈਬਲਿਸ਼ਡ ਐਂਡ ਕੋਆਰਡੀਨੇਟ ਵਿਦ ਦੀ ਫੰਕਸ਼ਨਿੰਗ। ਫਿਰ ਇਸ ਤੋਂ ਬਾਅਦ ਸਰਕਲ ਕਮ ਅੰਡਰ ਦਾ ਸੁਪਰਵਿਜ਼ਨ ਆਫ ਸਰਕਲ ਐਜੂਕੇਸ਼ਨ ਆਫਿਸਰ। ਸੋ ਆਪਣੇ ਸਰਕਲ ਦੇ ਵਿੱਚ ਜਿਹੜੀ ਹੈ ਇਹਨਾਂ ਦੇ ਦੁਆਰਾ ਸੁਪਰਵਿਜ਼ਨ ਕੀਤੀ ਜਾਂਦੀ ਹੈ, ਜੋ ਇਹਨਾਂ ਨੂੰ ਏਰੀਆ ਜਿਹੜਾ ਆ ਮਿਲਿਆ ਹੁੰਦਾ ਆ ਉਹਦੇ ਵਿੱਚ ਇਹ ਆਪਣੀ ਸੁਪਰਵਿਜ਼ਨ ਕਰਦੇ ਆ। ਫਿਰ ਸੋ ਜਿਹੜੇ ਇਹਨਾਂ ਦੇ ਅੰਡਰ ਇੱਕ ਡਿਪਟੀ CEO ਵੀ ਹੁੰਦੇ ਆ ਜਿਹੜੀ ਇਹਨਾਂ ਦੀ ਹੈਲਪ ਕਰਦੇ ਆ ਆਪਣਾ ਕੰਮ ਪੂਰਾ ਕਰਨ ਦੇ ਲਈ। ਸੋ ਜਿਹੜੇ ਕਿ DEO ਦੇ ਦੁਆਰਾ ਕੰਮ ਕੀਤੇ ਜਾਂਦੇ ਆ ਉਹਨਾਂ ਦੀ ਵੀ ਸੁਪਰਵਿਜ਼ਨ ਕੀਤੀ ਜਾਂਦੀ ਹੈ। ਫਿਰ ਜਿਹੜੇ ਇਨਕਰੀਮੈਂਟਸ ਲੱਗਦੇ ਆ ਵਰਕਰਸ ਨੂੰ ਜਾਂ ਇੰਪਲੋਇਜ਼ ਨੂੰ ਸੋ ਇਹਨਾਂ ਦੇ ਦੁਆਰਾ ਜਿਹੜਾ ਆ ਐਨੂਅਲ ਇਨਕਰੀਮੈਂਟ ਵੀ ਫਿਕਸ ਕੀਤਾ ਜਾਂਦਾ ਹੈ। ਫਿਰ ਜਿਹੜੇ ਇਹਨਾਂ ਦੇ ਦੁਆਰਾ ਇੰਸਪੈਕਸ਼ਨ ਕੀਤੀ ਜਾਂਦੀ ਹੈ, ਸੁਪਰਵਿਜ਼ਨ ਕੀਤੀ ਜਾਂਦੀ ਹੈ। ਤੋ ਜਿਹੜੇ ਇੰਸਟੀਟਿਊਸ਼ਨ ਦੇ ਹੈੱਡ ਹੁੰਦੇ ਆ ਤੋ ਇਹਨਾਂ ਦੇ ਦੁਆਰਾ ਚੈਕਿੰਗ ਕੀਤੀ ਜਾਂਦੀ ਹੈ ਟੂ ਸੋਲਵ ਦੀ ਗ੍ਰੀਵੀਐਂਸ ਆਫ ਇੰਪਲੋਇਜ਼। ਫਿਰ ਟੂ ਕੰਪਲੀਟ ਦਾ ਵਰਕ ਅਸਾਈਨਡ ਟੂ ਹਿਮ ਬਾਏ ਦਾ ਡਾਇਰੈਕਟੋਰੇਟ ਆਫ ਐਜੂਕੇਸ਼ਨ। ਠੀਕ ਹੈ ਜੀ, ਓਕੇ, ਥੈਂਕ ਯੂ। ਨੈਕਸਟ ਅਸੀਂ ਕੱਲ੍ਹ ਪੜ੍ਹਾਂਗੇ